ਪਿਆਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਮੇਸ਼ਾ ਹੀ ਤੁਹਾਡੇ ਸਾਹਮਣੇ ਇਹੋ ਜਿਹੇ ਮੁੱਦੇ ਅਸੀਂ ਲੈ ਕੇ ਆਉਂਦੇ ਜਿਹੜੇ ਤੁਹਾਡੇ ਜੀਵਨ ਨਾਲ ਸਿੱਧੇ ਰੂਪ ਦੇ ਵਿੱਚ ਜੁੜੇ ਹੁੰਦੇ। ਸੋ ਪੰਜਾਬ ਦੀ ਸਿਆਸਤ ਵਿੱਚ ਸ਼ਡਿਊਲ ਕਾਸਟ ਜਿਹੜਾ ਸਾਡਾ ਸਮਾਜ ਹੈ, ਉਹਨਾਂ ਦਾ ਉਥਾਨ ਕਿਸ ਤਰੀਕੇ ਨਾਲ ਹੋ ਰਿਹਾ, ਜਾਂ ਉਦਯੋਗ ਜਗਤ ਜਿਹੜਾ ਹੈ ਉਹ ਸਾਡਾ ਕਿਸ ਤਰੀਕੇ ਦੇ ਨਾਲ ਕਿਸ ਮੁਕਾਮ ਦੇ ਉੱਤੇ ਪਹੁੰਚਿਆ ਹੋਇਆ ਇਸ ਵੇਲੇ ਪੰਜਾਬ ਦਾ। ਸੋ ਇਹ ਸਾਰੇ ਵਿਸ਼ੇ ਜਿਹੜੇ ਸਾਡੇ ਸਾਹਮਣੇ ਆ, ਸੋ ਇਹਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ। ਮੇਰੇ ਨਾਲ ਬਹੁਤ ਹੀ ਖਾਸ ਮਹਿਮਾਨ ਹੈ ਭਾਰਤ ਸਰਕਾਰ ਵਿੱਚ ਸ਼ਡਿਊਲ ਕਾਸਟ ਦੇ ਚੇਅਰਪਰਸਨ ਸ਼੍ਰੀ ਵਿਜੇ ਸਾਂਪਲਾ ਜੀ। ਸਰ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਨਾਲ ਬੈਠੇ ਹਨ ਸ਼੍ਰੀ ਨਵੀਨ ਅਗਰਵਾਲ ਜੀ, ਜੋ ਕਿ ਜਗਦੰਬੇ ਫਰਨਸਿਸ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਇੰਡਸਟਰੀ ਦਾ ਇੱਕ ਮਹੱਤਵਪੂਰਨ ਜਿਹੜਾ ਅਦਾਰਾ ਉਸ ਨੂੰ ਚਲਾ ਰਹੇ। ਸਰ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਸਾਂਪਲਾ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਕੌਂਸਟੀਟਿਊਸ਼ਨਲ ਪੋਸਟ 'ਤੇ ਬੈਠੇ ਹੋ। ਭਾਰਤ ਸਰਕਾਰ ਵਿੱਚ ਇਸ ਵੇਲੇ ਸ਼ਡਿਊਲ ਕਾਸਟ ਜਿਹੜਾ ਉਹਨਾਂ ਦਾ ਚੇਅਰਮੈਨਸ਼ਿਪ ਤੁਹਾਡੇ ਕੋਲ ਆ, ਉਹਨਾਂ ਦਾ ਜਿਹੜਾ ਉਥਾਨ ਹੈ ਉਹਦੇ ਵਾਸਤੇ ਇੱਕ ਬੜੀ ਅਹਿਮ ਜ਼ਿੰਮੇਵਾਰੀ ਹੈ। ਸਰ, ਕਿਸ ਲੈਵਲ ਤੋਂ ਲੈ ਕੇ ਅਗਰ ਅਸੀਂ ਗੱਲ ਕਰੀਏ 1947 ਤੱਕ ਔਰ ਅੱਜ 2022 ਤੱਕ ਕਿੰਨਾ ਕੁ ਫਰਕ ਪਿਆ ਔਰ ਕਿੱਥੇ ਕੁ ਅਸੀਂ ਹੋਰ ਮੰਜ਼ਿਲ ਤੱਕ ਪਹੁੰਚਣਾ? ਦੇਖੋ ਸੰਜੀਵ ਜੀ, ਜਿੱਥੇ ਤੱਕ ਤਾਂ ਅਸੀਂ ਫ਼ਰਕ ਦੀ ਗੱਲ ਕਰੀਏ, ਫ਼ਰਕ ਕਈ ਤਰੀਕੇ ਨਾਲ ਅਸੀਂ ਦੇਖਦੇ ਹਾਂ। ਪਰ ਜੇ ਕਮਿਸ਼ਨ ਦੇ ਪੱਖੋਂ ਦੇਖੀਏ ਤਾਂ ਸਾਡੇ ਕੋਲ, ਕਿਉਂਕਿ ਕੇਸਾਂ ਦੀ ਗਿਣਤੀ ਉਹੀ ਹੁੰਦੀ ਹੈ, ਸਾਡੇ ਕੋਲ ਤਾਂ ਉਹੀ ਆਉਣਗੇ ਜਿਨ੍ਹਾਂ ਨਾਲ ਕਿਤੇ ਨਾ ਕਿਤੇ ਕੋਈ ਧੱਕਾ ਜਾਂ ਉਹ ਹੋਇਆ ਹੈ। ਅਸੀਂ ਜਦੋਂ ਉੱਧਰਲੇ ਪੱਖ ਨੂੰ ਦੇਖਦੇ ਹਾਂ ਤਾਂ ਅੱਜ ਵੀ ਸਾਨੂੰ ਹਾਲੇ ਬਹੁਤ ਕੁਛ ਦਿਖਾਈ ਦਿੰਦਾ ਹੈ। ਔਰ ਪੰਜਾਬ ਦੇ ਵਿੱਚ ਜੇ ਦੇਖੀਏ ਤਾਂ ਸਾਨੂੰ ਦੇਖਣ ਨੂੰ ਇਹ ਬਹੁਤ ਘੱਟ ਲੱਗਦਾ ਸੀ, ਜਿਹਦਾ ਮੇਰਾ ਵੀ ਮੰਨਣਾ ਹੀ ਸੀ ਕਿ ਵੀ ਕੋਈ ਜ਼ਿਆਦਾ ਇੱਥੇ ਇੰਨਾ ਹੈ ਨਹੀਂ। ਪਰ ਕਮਿਸ਼ਨ 'ਚ ਜਾਣ ਤੋਂ ਬਾਅਦ ਬਹੁਤ ਕੁਛ ਸਾਹਮਣੇ ਦੇਖਿਆ, ਕਿਉਂਕਿ ਉੱਥੇ ਸਾਰਿਆਂ ਨੇ ਜਿਹਨੇ ਵੀ ਆਉਣਾ ਕਿਸੇ ਪੀੜਿਤ ਨੇ ਹੀ ਆਉਣਾ ਹੈ। ਸੋ ਅੱਜ ਵੀ ਜਿਹੜੀ ਹੈ ਕਿਤੇ ਨਾ ਕਿਤੇ ਮਾਨਸਿਕਤਾ ਉੱਥੇ ਖੜੀ ਹੈ। ਪਰ ਇਹ ਜ਼ਰੂਰ ਹੈ ਕਿ ਵੀ ਅੱਗੇ ਨਾਲੋਂ ਬਦਲਾਵ ਕਾਫੀ ਹੈ। ਜੇ ਬਦਲਾਵ ਕਾਫੀ, ਜੇ ਅੱਜ ਬਹੁਤ ਸਾਰੇ ਐਸੇ ਵਰਗ ਦੇ ਲੋਕ ਆ ਜਿਹੜੇ ਅੱਗੇ ਆ ਕੇ ਐਸੀਆਂ ਦੇ ਉਥਾਨ 'ਚ ਕੰਮ ਕਰਨ ਵਾਲੇ ਵੀ ਜਨਰਲ ਵਰਗ ਦੇ ਬਹੁਤ ਸਾਰੇ ਲੋਕ ਆਏ ਆ। ਔਰ ਵੈਸੇ ਵੀ ਮਾਨਸਿਕਤਾ ਜਿਹੜੀ ਸ਼ਹਿਰਾਂ ਦੇ ਵਿੱਚ ਆ, ਉਹਦੇ ਵਿੱਚ ਕਾਫੀ ਤਬਦੀਲੀ ਜ਼ਰੂਰ ਆਈ ਹੈ। ਪਰ ਜਿੱਥੇ ਹਾਲੇ ਤੱਕ ਪਿੰਡਾਂ ਦੀ ਗੱਲ ਕਰੀਏ, ਉੱਥੇ ਵੀ ਹਾਲੇ ਕਾਫੀ ਕੁਛ ਹੈ। ਪਰ ਜੇ ਬਾਕੀ ਅਸੀਂ ਦੂਸਰੇ ਸੂਬਿਆਂ ਦੇ ਵਿੱਚ ਜਾਈਏ, ਜਿਹੜਾ ਰਾਜਸਥਾਨ ਹੋ ਗਿਆ, ਯੂਪੀ ਦੇ ਕੁਛ ਏਰੀਏ ਆ, ਮੱਧ ਪ੍ਰਦੇਸ਼, ਸਾਡੇ ਬਿਹਾਰ, ਇਹਨਾਂ ਦੇ ਵਿੱਚ ਅੱਜ ਵੀ ਬਹੁਤ ਜਿਹੜਾ ਇਹਨਾਂ ਚੀਜ਼ਾਂ ਨੂੰ ਦੇਖਣ ਨੂੰ ਮਿਲਦਾ ਹੈ। ਪੰਜਾਬ 'ਚ ਜਿਹੜਾ ਦੇਖ ਲਈਏ ਤਾਂ ਜਿਹੜਾ ਸ਼ਹਿਰਾਂ ਦੇ ਵਿੱਚ ਕਾਫੀ ਬਦਲਾਅ ਹੈ। ਯਾਨੀ ਜੇ ਅਸੀਂ 1947 ਦਾ ਜਿਹੜਾ ਸਵਾਲ ਪੁੱਛਿਆ, ਉਸ ਤੋਂ ਬਾਅਦ ਤੇ ਕਾਫੀ ਬਦਲਾਅ ਆਇਆ ਜ਼ਰੂਰ ਹੈ, ਪਰ ਹੱਲੇ ਮਾਨਸਿਕ ਰੂਪ 'ਤੇ ਜਿਹੜਾ ਹੈ ਨਾ ਬਦਲਾਅ, ਸੋ ਬੜਾ ਅਹਿਮ ਜਿਹੜਾ ਤੁਸੀਂ ਬਿੰਦੂ ਰੇਜ਼ ਕੀਤਾ ਕਿ ਮਾਨਸਿਕਤਾ ਕਿਤੇ ਨਾ ਕਿਤੇ ਸ਼ਾਇਦ ਹਜੇ ਵੀ ਬਦਲਣ ਦੀ ਲੋੜ ਆ। ਕਿਤੇ ਇਹੋ ਜਿਹੇ ਇੰਸਟਾਂਸ ਸਾਨੂੰ ਦੇਖਣ ਨੂੰ ਮਿਲਦੇ। ਸਰ, ਮੈਂ ਤੁਹਾਡੇ ਨਾਲ ਕਿ ਪੰਜਾਬ ਦੀ ਤੁਸੀਂ ਇੰਡਸਟਰੀ ਨੂੰ ਰਿਪਰੈਜ਼ੈਂਟ ਕਰਦੇ ਹੋ, ਉਦਯੋਗ ਜਗਤ ਦੀ ਇਸ ਵੇਲੇ ਜੋ ਰਾਜਨੀਤਿਕ ਉਥਲ-ਪੁਥਲ ਚੱਲ ਰਿਹਾ ਪੰਜਾਬ ਦੇ ਵਿੱਚ ਪਿਛਲੇ 1-1.5 ਸਾਲ ਤੋਂ ਅਸੀਂ ਦੇਖ ਰਹੇ ਹਾਂ, ਪੰਜਾਬ ਦੀ ਇੰਡਸਟਰੀ ਕਿਸ ਪੋਜੀਸ਼ਨ 'ਤੇ ਖੜੀ ਹੈ? ਤੁਹਾਡਾ ਕੀ ਅਸੈਸ ਕਿੱਦਾਂ ਕਰਦੇ ਹੋ? ਸੰਜੀਵ ਜੀ, ਮੇਰੀ ਕਈ ਵਾਰੀ ਇਸ ਪਲੇਟਫਾਰਮ 'ਤੇ ਡਿਬੇਟ ਹੋਈ। ਪੰਜਾਬ ਸ਼ੁਰੂ ਤੋਂ ਇੱਕ ਲੈਂਡਲੌਕ ਸਟੇਟ ਰਿਹਾ। ਮੈਂ ਕਿਸੇ ਵੀ ਸਰਕਾਰ ਦਾ ਮੈਂ ਇਹ ਨਹੀਂ ਕਹਿੰਦਾ ਵੀ ਸਰਕਾਰਾਂ ਨੇ ਇਹ ਨਹੀਂ ਕੀਤਾ, ਉਹ ਨਹੀਂ ਕੀਤਾ। ਲੈਂਡਲੌਕ ਸਟੇਟ ਹੋਣ ਦੇ ਬਾਵਜੂਦ ਇੱਥੇ ਹੋਰ ਸਟੇਟਾਂ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਜ਼ੋਰ ਲਗਾਉਣ ਦੀ ਜ਼ਰੂਰਤ ਹੈ। ਕਿਉਂਕਿ ਲੈਂਡਲੌਕ ਸਟੇਟ ਹੋਣ ਕਰਕੇ ਸਾਡੀ ਟਰਾਂਸਪੋਰਟੇਸ਼ਨ, ਰੋਡ ਕਨੈਕਟੀਵਿਟੀ, ਏਅਰ ਕਨੈਕਟੀਵਿਟੀ, ਇਹ 'ਚ ਥੋੜ੍ਹੀ ਜਿਹੀ ਇੰਪਰੂਵਮੈਂਟ ਆਵੇ ਤਾਂ ਇੰਡਸਟਰੀ ਨੂੰ ਹੋਰ ਬੂਸਟਅਪ ਮਿਲ ਸਕਦਾ। ਪੰਜਾਬ ਦੀ ਹਾਲਾਤ ਦੀ ਅਸੀਂ ਗੱਲ ਕਰੀਏ ਜਾਂ ਓਵਰਆਲ ਇਸ ਵੇਲੇ ਲਾਅ ਐਂਡ ਆਰਡਰ ਜਿਹੜਾ ਹੈ ਉਹ ਕਿੱਡਾ ਕੁ ਵੱਡਾ ਫੈਕਟਰ ਹੁੰਦਾ ਹੈ ਇੰਡਸਟਰੀ ਜਿਹੜੀ ਹੈ ਉਹਦੀ ਗਰੋਥ ਵਾਸਤੇ? ਜੇ ਅਸੀਂ ਦੇਖਦੇ ਕਿ ਇੰਡਸਟਰੀ ਜਿਹੜੀ ਉਹਨੇ ਵਧਣਾ ਫੁੱਲਣਾ, ਤਾਂ ਉਹਨੂੰ ਕਿੱਦਾਂ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋ? ਸੰਜੀਵ ਜੀ, ਲਾਅ ਐਂਡ ਆਰਡਰ ਆਫ ਕੋਰਸ ਇੱਕ ਬਹੁਤ ਅਹਿਮ ਕੜੀ ਹੈ ਕਿਸੇ ਵੀ ਇੰਡਸਟਰੀ ਵਾਸਤੇ ਜਾਂ ਕਿਸੇ ਵੀ ਸਿਵਿਲੀਅਨ ਵਾਸਤੇ। ਸਾਡੇ ਇੰਡਸਟਰੀ ਦੀ ਜੇ ਆਪਾਂ ਗੱਲ ਕਰੀਏ, ਇੰਡਸਟਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਕੋਲ ਇਸ ਵੇਲੇ 75 ਤੋਂ 80% ਜਿਹੜੀ ਲੇਬਰ ਆ ਉਹ ਮਾਈਗ੍ਰੇਟਡ ਲੇਬਰ ਆ। ਜੇ ਉਹ ਮਾਈਗ੍ਰੇਟਡ ਲੇਬਰ ਪੰਜਾਬ 'ਚ ਨਹੀਂ ਆਊਗੀ ਤਾਂ ਪੰਜਾਬ ਦੀ ਇੰਡਸਟਰੀ ਗਰੋ ਨਹੀਂ ਕਰ ਸਕਦੀ। ਸਾਡਾ ਆਪਣਾ ਜਿਹੜਾ ਯੂਥ ਆ ਉਹ ਜ਼ਿਆਦਾ ਫੋਕਸ ਹੋ ਗਿਆ ਬਾਹਰ ਜਾਣ ਵਾਲੇ ਪਾਸੇ। ਉਹ ਜਦ ਤੱਕ ਬਾਹਰਲੀ ਮਾਈਗ੍ਰੇਟਡ ਲੇਬਰ ਸਾਡੇ ਕੋਲ ਨਹੀਂ ਆਊਗੀ, ਲਾਅ ਐਂਡ ਆਰਡਰ ਚੰਗਾ ਨਹੀਂ ਹੋਊਗਾ, ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਕੋਈ ਡਰ ਰਹੂਗਾ।
ਉਹ ਡਰ ਨੂੰ ਮੇਰੀ ਸਰਕਾਰਾਂ ਨੂੰ ਅਪੀਲ ਆ ਵੀ ਉਹ ਡਰ ਨੂੰ ਕੱਢਣਾ ਚਾਹੀਦਾ ਤਾਂ ਕਿ ਅਗਲੇ ਇੱਕ ਫਰੀडम ਨਾਲ ਕੰਮ ਕਰਨ ਤੇ ਇੰਡਸਟਰੀ ਦਾ ਸਿੱਧਾ ਤਰੀਕਾ ਜਾਂ ਸਿੱਧਾ ਰਸਤਾ ਉਹਨਾਂ ਦੀ ਮਿਹਨਤ ਨਾਲ ਗਰੋਥ ਦੇ ਨਾਲ ਡਾਇਰੈਕਟਲੀ ਲਿੰਕਡ ਹੈ। ਜੀ, ਸੋ ਬੜਾ ਅਹਿਮ ਮੁੱਦਾ ਜਿਹੜਾ ਤੁਸੀਂ ਰੇਜ਼ ਕੀਤਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਕਿਤੇ ਨਾ ਕਿਤੇ ਇਨਸਿਕਿਉਰ ਫੀਲ ਕਰਦੇ ਆ ਕਿ ਇੱਥੇ ਸਾਨੂੰ ਰੁਜ਼ਗਾਰ ਦੇ ਮੌਕੇ ਨਹੀਂ ਮਿਲਣਗੇ, ਵਿਦੇਸ਼ ਵੱਲ ਮੂਵ ਕਰਦੇ ਪਏ ਔਰ ਪੰਜਾਬ ਦੀ ਇੰਡਸਟਰੀ ਜਿਹੜੀ ਆ ਉਸ ਨੂੰ ਦੂਸਰੇ ਸੂਬਿਆਂ 'ਤੇ ਨਿਰਭਰ ਕਰਨਾ ਪੈਂਦਾ। ਸੋ ਹੱਲ ਜਿਹੜਾ ਉਹ ਸਰਕਾਰਾਂ ਦੇ ਕੋਲ ਹੈ। ਸਰ ਤੁਸੀਂ ਜੀ ਮੈਂ ਇੱਕ ਗੱਲ ਹੋਰ ਜ਼ਰੂਰ ਜੋੜਾਂ ਜੀ ਕਿ ਇੱਕ ਦੇਸ਼ ਦਾ ਨਾਗਰਿਕ ਵੀ ਹੋਣ ਦੇ ਨਾਤੇ ਪੰਜਾਬ ਦਾ ਵੀ ਹਿੱਤ ਨੂੰ ਦੇਖਣ ਵਾਲਾ ਰਿਹਾ। ਇਹਦੇ 'ਚ ਇੱਕ ਜ਼ਰੂਰ ਜੋੜਨ ਵਾਲੀ ਹੈ ਕਿ ਰਿਸਪੌਂਸਿਬਿਲਟੀ ਵੀ ਕਿਤੇ ਨਾ ਕਿਤੇ ਸਰਕਾਰਾਂ ਨੂੰ ਆਪਣੀ ਲੈਣੀ ਪੈਂਦੀ। ਜਦੋਂ ਸਰਕਾਰ ਬਦਲਦੀ ਆ ਜਾਂ ਆਉਣ ਦੇ ਵਾਅਦੇ ਕੀਤੇ ਜਾਂਦੇ ਉਦੋਂ ਸਭ ਤੋਂ ਜ਼ਿਆਦਾ ਇੰਡਸਟਰੀ ਨੂੰ ਪ੍ਰਮੋਟ ਕਰਨ ਦੀ ਗੱਲ ਕੀਤੀ ਜਾਂਦੀ ਔਰ ਕਰਨਾ ਵੀ ਚਾਹੀਦਾ। ਪਰ ਜਦੋਂ ਬਾਅਦ 'ਚ ਹੁੰਦੀ ਹੈ ਸਰਕਾਰ, ਉਸ ਵੇਲੇ ਇੰਡਸਟਰੀ ਨੂੰ ਪ੍ਰਮੋਟ ਕਰਨ ਦੀ ਬਜਾਏ ਕੋਈ ਉਹਦੇ ਲਈ ਅੱਜ ਤੱਕ ਪਾਲਿਸੀ ਅੱਜ ਤੱਕ ਨਹੀਂ ਬਣੀ। ਫਾਰ ਐਗਜ਼ਾਮਪਲ ਕਿ ਸਾਡੀ ਅੱਜ ਦੀ ਇੰਡਸਟਰੀ ਜਲੰਧਰ ਦੇ ਵਿੱਚ ਮੈਂ ਦੇਖਿਆ ਪੰਜਾਬ, ਕਿਉਂਕਿ ਮੈਨੂੰ ਜਦੋਂ ਕਈ ਵਾਰੀ ਹੁੰਦਾ ਤਾਂ ਪੰਜਾਬ ਦੇ ਨਾਤੇ ਬੜਾ ਦੁੱਖ ਵੀ ਹੁੰਦਾ। ਸਪੋਰਟਸ ਇੰਡਸਟਰੀ ਸਾਡੀ ਜਲੰਧਰ 'ਚ ਉਹ ਬਾਹਰ ਚਲੀ ਗਈ। ਹੈਂਡ ਟੂਲਸ ਜਿਹੜੀ ਸੀ ਇੰਡਸਟਰੀ ਉਹ ਬਾਹਰ ਚਲੀ ਗਈ। ਸਾਡੇ ਇੱਥੇ ਜੇ ਲੁਧਿਆਣਾ ਜਾਂ ਅਸੀਂ ਇੱਥੇ ਹੁਸ਼ਿਆਰਪੁਰ ਨੂੰ ਦੇਖੀਏ ਤਾਂ ਆਟੋ ਪਾਰਟਸ ਦੇ ਵਿੱਚ ਬਹੁਤ ਵੱਡਾ ਕੰਮ ਹੈ। ਅੱਜ ਉਹ ਸਾਡੀ ਜਿਹੜੀ ਆ ਉਹ ਉੱਠ ਕੇ ਗੁਜਰਾਤ ਵੱਲ ਨੂੰ ਜਾ ਰਹੀ ਹੈ। ਔਰ ਸਾਡੇ ਜਿਹੜੇ ਬਾਕੀ ਲੁਧਿਆਣਾ ਜਿਹੜੀ ਸੀ ਸਾਡੀ ਹੌਜ਼ਰੀ ਦੀ ਬਹੁਤ ਵੱਡੀ ਨਾਂ ਆ, ਉਹ ਉੱਠ ਕੇ ਯੂਪੀ ਵੱਲ ਨੂੰ ਚਲਾ ਗਿਆ। ਤਾਂ ਇਹ ਕਾਰਨ ਕੀ ਰਿਹਾ ਕਿ ਬਾਕੀ ਜਗ੍ਹਾ 'ਤੇ ਜਿੱਥੇ ਜਿੱਥੇ ਸੁਧਾਰ ਉਹਨਾਂ ਨੇ ਆਪਣੇ ਕੀਤੇ, ਸਿੰਗਲ ਵਿੰਡੋ ਸਿਸਟਮ ਕੀਤਾ। ਸਾਡੇ ਕਹਿਣ ਨੂੰ ਤਾਂ ਸਿਸਟਮ ਸਿੰਗਲ ਵਿੰਡੋ ਬਹੁਤ ਬਣੇ, ਪਰ ਹਕੀਕਤ ਦੇ ਵਿੱਚ ਉਹ ਹਾਲੇ ਤੱਕ ਜੇ ਕਿਸੇ ਨੇ ਅੱਜ ਤੋਂ 4-5 ਸਾਲ 10 ਸਾਲ ਪਹਿਲਾਂ ਦੀ ਇੰਡਸਟਰੀ ਲਗਾਉਣ ਦਾ ਮਨ ਬਣਾਇਆ ਸੀ ਔਰ ਉਹਦੇ 'ਤੇ ਇਨਵੈਸਟ ਕਰਨਾ ਸ਼ੁਰੂ ਕੀਤਾ ਔਰ ਹਾਲੇ ਤੱਕ ਉਹਨਾਂ 'ਚ ਬਹੁਤ ਸਾਰੀਆਂ ਇੰਡਸਟਰੀਆਂ ਜਿਹੜੀਆਂ ਉਹ ਸਿਰੇ ਨਹੀਂ ਚੜੀਆਂ। ਪਰ ਉਹਦੇ ਨਾਲ ਹੀ ਜੇ ਕੋਈ ਇੰਡਸਟਰੀ ਨੇ ਸਾਡੇ ਇੱਥੋਂ ਨਾਲ ਦੇ ਸੂਬੇ 'ਚ ਹਿਮਾਚਲ ਚਲੇ ਗਏ, ਉਹਨਾਂ ਨੇ ਅੱਗੇ ਸਿੰਗਲ ਵਿੰਡੋ ਖੋਲ੍ਹੀ ਤਾਂ ਅੱਗੇ ਜਾ ਕੇ ਉੱਧਰ ਟਰਾਂਸਫਰ ਹੋ ਗਏ, ਗੁਜਰਾਤ 'ਚ ਟਰਾਂਸਫਰ ਹੋ ਗਏ, ਯੂਪੀ ਚਲੇ ਗਏ, ਕੋਈ ਇੱਧਰ ਉੱਧਰ ਚਲੇ ਗਏ। ਸਾਈਕਲ ਇੰਡਸਟਰੀ ਸਾਡੀ ਇੱਥੋਂ ਚਲੀ ਗਈ। ਦੱਸੋ ਪੰਜਾਬ 'ਚ ਸਾਡੀ ਸਾਈਕਲ ਇੰਡਸਟਰੀ ਦਾ ਨਾਂ ਸੀ, ਯਾਨੀ ਜਿਹੜੀ ਸਾਡੀ ਹੌਜ਼ਰੀ ਚਲੀ ਗਈ, ਕੰਬਲ ਬਿਜ਼ਨਸ ਚਲਾ ਗਿਆ, ਸਾਡੇ ਜਿਹੜੀ ਬੁਨਿਆਦੀ ਸੀ ਖਾਦੀ ਵਗੈਰਾ ਦੀਆਂ ਚੀਜ਼ਾਂ ਉਹ ਤਾਂ ਖਤਮ ਹੀ ਹੋ ਗਈਆਂ। ਸੋ ਉਹਨਾਂ ਵੱਲ ਕਿਸੇ ਵੱਲ ਵੀ ਧਿਆਨ ਨਹੀਂ ਰਿਹਾ ਜਿਹੜੀ ਧਿਆਨ ਦੇਣ ਦੀ ਲੋੜ ਸੀ। ਔਰ ਮੌਕੇ ਦੀ ਸਰਕਾਰ ਕੋਈ ਵੀ ਹੋਵੇ, ਮੈਂ ਉਹਨਾਂ ਵੱਲ ਨਹੀਂ ਜਾਵਾਂਗਾ, ਸਰਕਾਰ ਕੋਈ ਵੀ ਹੋਵੇ, ਅਗਰ ਉਹ ਜਿੰਨਾ ਚਿਰ ਆਪਣੇ ਸੂਬੇ ਦੇ ਵਿੱਚ ਇੰਡਸਟਰੀ ਨੂੰ ਪ੍ਰਮੋਟ ਨਹੀਂ ਕਰਦੇ ਉਹਨਾਂ ਚਿਰ ਗਰੀਬ ਦਾ ਭਲਾ ਨਹੀਂ ਹੋ ਸਕਦਾ। ਖੇਤੀ ਆਧਾਰਿਤ ਸਾਡੇ ਇੱਥੇ ਇੰਡਸਟਰੀ ਹੋਣੀ ਚਾਹੀਦੀ ਹੈ। ਖੇਤੀ ਦਾ ਵਿੱਚ ਸਾਡਾ ਰਾ ਮਟੀਰੀਅਲ ਸਾਡੇ ਕੋਲ, ਜਿਹੜੀਆਂ ਸਾਡੀਆਂ ਇੰਡਸਟਰੀ ਆ ਉਹ ਬਾਹਰਲੇ ਸੂਬਿਆਂ 'ਚ ਹੈ। ਬਾਕੀ ਜਗ੍ਹਾ ਦੇ ਉੱਤੇ ਸਾਡੇ ਕੋਲ ਇੰਡਸਟਰੀਆਂ ਹੈਗੀਆਂ, ਲੇਬਰ ਸਾਡੇ ਕੋਲ ਬਾਹਰੋਂ ਲਿਆਉਣੀ ਪੈਂਦੀ ਹੈ। ਪੰਜਾਬ ਦਾ ਇਹ ਜਿਹੜਾ ਨੌਜਵਾਨ ਆ ਅੱਜ ਪੰਜਾਬ ਦੇ ਉੱਤੇ ਮੰਨ ਲਓ ਇੱਕ ਕਹਿ ਦਈਏ ਕਿ ਵੀ ਸਰਕਾਰ ਦੀ ਹਾਲੇ ਤੱਕ ਦੀ 10-15 ਇੱਕ ਦਿਨ ਦੀ ਗੱਲ ਨਹੀਂ ਹੈ। ਅੱਜ ਆ ਸਰਕਾਰ ਆਈ, ਇਹ ਪਿਛਲੇ 10-15 ਸਾਲਾਂ ਦੀ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਾ ਹੋਣ ਕਰਕੇ, ਉਹਦੇ ਕੋਲ ਕੋਈ ਅੱਗੇ ਫਿਊਚਰ ਪਲੈਨਿੰਗ ਨਾ ਹੋਣ ਕਰਕੇ ਉਹ ਬਾਹਰ ਦੌੜ ਜਾਂਦਾ। ਸੋ ਇਹ ਜਿਹੜਾ ਬਹੁਤ ਵੱਡਾ ਇੱਕ ਗੈਪ ਆ, ਉਹਨੂੰ ਦੁਖਾਂਤ ਵੀ ਕਹਿ ਲਈਏ, ਗੈਪ ਆ ਲੋਕਾਂ ਨੂੰ ਉਹਨੂੰ ਤਿਆਰ ਕਰਨ ਦੇ ਲਈ। ਜੇ ਅੱਜ ਵੀ ਅਸੀਂ ਸ਼ੁਰੂ ਕਰੀਏ ਤਾਂ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ। ਔਰ ਉਹਦੇ ਲਈ ਹਾਲੇ ਤੱਕ ਵੀ ਕਿਸੇ ਨੇ ਵੀ ਵਿਸ਼ਵਾਸ ਨੌਜਵਾਨਾਂ ਦਾ ਜਿੱਤਣ ਦੀ ਕੋਸ਼ਿਸ਼ ਨਹੀਂ ਕੀਤੀ। ਉਦਯੋਗਪਤੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਿਸ਼ਵਾਸ ਨਹੀਂ ਜਿੱਤਿਆ, ਵਪਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਕਿਸੇ ਨੇ ਸਹੀ ਮਾਇਨੇ 'ਚ ਵਪਾਰ ਜਿਹੜਾ ਆ ਉਹ ਦਿਲ ਜਿਹੜਾ ਜਿੱਤਣ ਦੀ ਗੱਲ ਸੀ ਜਾਂ ਉਹਨਾਂ ਨੂੰ ਇਹ ਸੈਟਿਸਫਾਈਡ ਕਰਾਉਣ ਦੀ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ। ਜੀ ਸਰ, ਇਹਦੇ ਨਾਲ ਹੀ ਮੈਂ ਨਵੀਨ ਜੀ ਤੁਹਾਡੇ ਕੋਲੋਂ ਕਿ ਇੱਕ ਪੰਜਾਬ ਦੇ ਵਿੱਚ ਆਏ ਦਿਨ ਅਸੀਂ ਦੇਖਦੇ ਹਾਂ ਕਿ ਪਿਛਲੇ ਸਾਲ 1.5 ਸਾਲ ਤੋਂ ਇੱਕ ਚਲਨ ਬਣ ਗਿਆ ਕਿ ਜਿਹੜੇ ਵੀ ਕੋਈ ਡਿਸੀਡੈਂਟ ਗਰੁੱਪ ਹੁੰਦਾ ਹੈ ਉਸ ਲਈ ਅਗਰ ਕੋਈ ਡਿਮਾਂਡ ਪੂਰੀ ਨਹੀਂ ਹੁੰਦੀ ਤਾਂ ਸੜਕ ਦੇ ਉੱਤੇ ਧਰਨਾ ਜਾਮ ਲਗਾ ਦਿੰਦਾ। ਸਭ ਤੋਂ ਵੱਡਾ ਖਮਿਆਜਾ ਜਿਹੜਾ ਇੰਡਸਟਰੀ ਨੂੰ ਭੁਗਤਣਾ ਪੈਂਦਾ ਔਰ ਕਿਤੇ ਨਾ ਕਿਤੇ ਉਹਦਾ ਸਮਾਨ ਉਹਦੇ ਵਿੱਚ ਫਸ ਜਾਂਦਾ, ਕਈ ਵਾਰੀ ਉਹਦੀ ਡਿਲੀਵਰੀ ਟਾਈਮ 'ਤੇ ਨਹੀਂ ਹੁੰਦੀ। ਇਹ ਜਿਹੜੀ ਚੀਜ਼ ਹੈ ਧਰਨਾ ਪ੍ਰਦਰਸ਼ਨ ਦੀ ਇੱਕ ਰਾਜਨੀਤੀ ਦਿਖਾਵੇ ਦੀ ਹੋੜ ਲੱਗੀ ਹੋਈ ਹੈ, ਬੰਦ ਕਰ ਦੇਣਾ, ਲੋਕਾਂ ਨੂੰ ਪਰੇਸ਼ਾਨ ਕਰਨਾ, ਇਹਦੇ ਵਿੱਚ ਇੰਡਸਟਰੀ ਦਾ ਕਿੰਨਾ ਕੁ ਨੁਕਸਾਨ ਜਾਂ ਕਿੱਦਾਂ ਪ੍ਰਭਾਵਿਤ ਹੋ ਰਹੀ, ਤੁਸੀਂ ਕੀ ਸਮਝਦੇ? ਸੰਜੀਵ ਜੀ, ਇਕੱਲੀ ਇੰਡਸਟਰੀ ਨਹੀਂ, ਧਰਨੇ ਪ੍ਰਦਰਸ਼ਨਾਂ ਨਾਲ
ਆਮ ਲੋਕਾਂ ਨੂੰ, ਆਮ ਜਨਤਾ ਨੂੰ ਬੜੀ ਪਰੇਸ਼ਾਨੀ ਹੁੰਦੀ ਆ। ਕਿਸੇ ਨੇ ਦਵਾਈਆਂ ਲੈਣ ਜਾਣਾ, ਕਿਸੇ ਨੇ ਕੋਈ ਮੈਡੀਕਲ ਚੈੱਕਅਪ ਲਈ ਜਾਣਾ, ਕਿਸੇ ਨੇ ਕਿਸੇ ਕੰਮ ਲਈ ਜਾਣਾ, ਕਿਸੇ ਨੇ ਕੋਈ ਗਮੀ ਖੁਸ਼ੀ ਲਈ ਜਾਣਾ। ਇਕੱਲੀ ਇੰਡਸਟਰੀ ਇਹ 'ਚ ਪ੍ਰਭਾਵਿਤ ਨਹੀਂ ਹੁੰਦੀ, ਇੰਡਸਟਰੀ ਵੀ ਇੱਕ ਉਹਦਾ ਪਾਰਟ ਆ, ਹਿੱਸਾ ਹੈ ਪ੍ਰਭਾਵਿਤ ਹੋਣ ਦੇ ਵਿੱਚ। ਉਹ 'ਚ ਕੀ ਹੈਗਾ ਕਿ ਜਿਸ ਵੇਲੇ ਮੰਨ ਲਓ ਕਿਸੇ ਸਟੇਟ ਦੇ ਵਿੱਚ ਜ਼ਿਆਦਾ ਧਰਨੇ ਪ੍ਰਦਰਸ਼ਨ ਹੋਣ ਲੱਗ ਪੈਂਦੇ ਆ, ਉਸ ਸਟੇਟ ਦੀ ਇੱਕ ਲੋਕਾਂ ਪ੍ਰਤੀ ਇੱਕ ਥੋੜ੍ਹੀ ਜਿਹੀ ਮੰਨ ਲਓ ਬਾਹਰ ਦੇ ਪ੍ਰਤੀ ਲੈ ਲਈਏ ਵੀ ਇੱਕ ਅਸਥਿਰਤਾ ਪੈਦਾ ਹੋ ਜਾਂਦੀ ਕਿ ਯਾਰ ਮੈਂ ਜਾਵਾਂ, ਪਤਾ ਨਹੀਂ ਉੱਥੇ ਟਾਈਮਲੀ ਮੈਂ ਪਹੁੰਚ ਪਾਵਾਂਗਾ ਕਿ ਨਹੀਂ ਪਹੁੰਚ ਪਾਵਾਂਗਾ। ਅੱਜ ਦਾ ਜੋ ਟਾਈਮ ਚੱਲ ਰਿਹਾ ਜਾਂ ਯੁੱਗ ਚੱਲ ਰਿਹਾ ਬਹੁਤ ਫਾਸਟ ਤੇ ਸੁਪਰਸੋਨਿਕ ਯੁੱਗ ਚੱਲ ਰਿਹਾ ਜਿਹਨੂੰ ਆਪਾਂ ਕਹਿ ਦਈਏ। ਇਸ ਦੇ ਵਿੱਚ ਜਦੋਂ ਬੰਦਾ ਇੱਕ ਦਿਹਾੜੀ ਲਈ 20 ਘੰਟੇ ਲਈ ਜਾਮ 'ਚ ਫਸ ਜਾਂਦਾ ਆ ਤਾਂ ਇੰਡਸਟਰੀ ਦਾ ਨੁਕਸਾਨ ਤਾਂ ਹੁੰਦਾ ਕਿ ਉਹਦੇ ਕੋਲ ਗਾਹਕ ਪਹੁੰਚ ਨਹੀਂ ਪਾਉਂਦਾ। ਕਈ ਵਾਰੀ ਟ੍ਰੇਨਾਂ ਜਿਹੜੀਆਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਜੀ, ਕਿਉਂਕਿ ਹੋਰ ਸਟੇਟਾਂ ਉਹਨਾਂ ਦਾ ਇਨਫਰਾਸਟ੍ਰਕਚਰ ਬਹੁਤ ਅੱਗੇ ਆ, ਉਹਨਾਂ ਨੂੰ ਕਨੈਕਟੀਵਿਟੀ ਸਾਡੇ ਲੋਕਾਂ ਨਾਲੋਂ ਬਹੁਤ ਫਾਸਟ ਆ। ਤਾਂ ਕਿਤੇ ਨਾ ਕਿਤੇ ਦਿੱਕਤ ਆਉਂਦੀ ਆ ਤੇ ਸਰਕਾਰਾਂ ਨੂੰ ਇਸ ਚੀਜ਼ ਨਾਲੇ ਵੀ ਆ ਕਿ ਸਮਾਨ ਜਦੋਂ ਮੰਗਾਉਣਾ ਪੈਂਦਾ ਤਾਂ ਮਹਿੰਗਾ ਮਿਲਦਾ, ਜਦੋਂ ਭੇਜਣਾ ਪੈਂਦਾ ਤਾਂ ਸਾਨੂੰ ਮਹਿੰਗਾ ਵੇਚਣਾ ਪੈਂਦਾ ਤੇ ਮਾਰਕੀਟ 'ਚ ਕੰਪੀਟੀਸ਼ਨ 'ਚ ਖਤਮ ਹੋ ਜਾਂਦਾ। ਔਰ ਜਦੋਂ ਇੰਡਸਟਰੀ ਹੁੰਦੀ ਹੈ ਕੋਈ ਧਰਨਾ ਜਿਹੜਾ ਬਾਕੀ ਸਾਰਿਆਂ 'ਤੇ ਇਫੈਕਟ ਕਰਦਾ, ਪਰ ਜੇ ਇਕੱਲਾ ਤੁਸੀਂ ਇੰਡਸਟਰੀ ਦਾ ਸਵਾਲ ਪੁੱਛਿਆ ਤਾਂ ਕਿੰਨੀ ਲੇਬਰ ਹੈ ਜਿਹੜੀ ਘਰ ਬੈਠੇਗੀ, ਜਿਹਨੂੰ ਕਿਤੇ ਨਾ ਕਿਤੇ ਉਹ ਕੰਟਰੈਕਟ 'ਤੇ ਠੇਕੇ 'ਤੇ ਕੰਮ ਕਰ ਰਹੀ ਹੈ, ਨਾ ਉਹਦੇ ਕੋਲ ਜੇਬ 'ਚ ਪੈਸਾ ਹੋਏਗਾ, ਨਾ ਉਹ ਮਾਰਕੀਟ ਜਾਏਗਾ। ਤਾਂ ਉਹ ਸਾਰੀ ਪੂਰੀ ਦੀ ਪੂਰੀ ਚੇਨ ਦੇ ਵਿੱਚ ਬਹੁਤ ਵੱਡਾ ਫਰਕ। ਇਹ ਚੇਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਪੰਜਾਬ ਦੇ ਵਿੱਚ ਬੜਾ ਵੱਡਾ ਮੁੱਦਾ ਜਿਹੜਾ ਰੇਤਾ ਬਜਰੀ ਦਾ ਸੀਗਾ, ਮੈਂ ਕਿਤੇ ਨਾ ਕਿਤੇ ਉਸ ਨੂੰ ਸਾਡਾ ਬਹੁਤ ਸਮਾਜ ਦਾ ਇੱਕ ਲੋਹ ਤਬਕਾ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਕੰਸਟਰਕਸ਼ਨ ਵਰਕ ਦੇ ਨਾਲ ਜੁੜਿਆ ਹੋਇਆ। ਸੋ ਰੇਤਾ ਬਜਰੀ ਦੇ ਵਿੱਚ ਜਿਹੜਾ ਉਹ ਫਲਕਚੁਏਸ਼ਨ ਜਿਹੜੀ ਸਿਚੁਏਸ਼ਨ ਜਿਹੜੀ ਸਰਕਾਰ ਨੇ ਇਸ ਵੇਲੇ ਕ੍ਰੀਏਟ ਕੀਤੀ ਹੈ, ਉਹਦੇ ਨਾਲ ਬਹੁਤ ਸਾਰੀ ਲੇਬਰ ਜਿਹੜੀ ਵਿਹਲੀ ਹੋ ਕੇ ਘਰ ਬੈਠ ਗਈ। ਸੋ ਇਹੋ ਜਿਹਾ ਵੀ ਤੁਸੀਂ ਕੁਛ ਕਮਿਸ਼ਨ ਵੱਲੋਂ ਜਾਂ ਕਿਸ ਤਰੀਕੇ ਨਾਲ ਦੇਖਦੇ ਹੋ, ਇਸ ਸਿਨੈਰੀਓ ਨੂੰ ਕਿੱਦਾਂ ਦੇਖਦੇ ਹੋ ਤਾਂ ਕਿ ਅਸੀਂ ਉਸ ਕਮਿਊਨਿਟੀ ਨੂੰ ਵੀ ਅਸੀਂ ਇਹਦੇ 'ਚ ਕਮਿਸ਼ਨ ਦੇ ਤੌਰ 'ਤੇ ਤਾਂ ਮੈਂ ਉਹਦੇ 'ਚ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਹਦਾ ਕਮਿਸ਼ਨ ਦਾ ਇਹਦੇ ਨਾਲ ਕੋਈ ਲੈਣਾ ਨਹੀਂ। ਫਿਰ ਵੀ ਇੱਕ ਨਾਗਰਿਕ ਦੇ ਨਾਤੇ ਜਿਹੜਾ ਸੀਗਾ ਉਹ ਸਰਕਾਰਾਂ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਇਹ ਸਮਾਜਿਕ ਜਿਹੜੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਵੀ ਹੈ। ਔਰ ਭਾਵ ਇਹ ਕਿਸੇ ਨੂੰ ਉਹਦੇ ਨਾਲ ਚੱਲੇਗਾ ਜਦ ਰੇਤਾ ਬਜਰੀ ਨਹੀਂ ਹੋਏਗੀ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੱਤਾ ਕਿ ਸਰਕਾਰ ਦੇ ਕੰਮ ਚੱਲਣਗੇ ਨਹੀਂ ਚੱਲਣਗੇ, ਔਰ ਪ੍ਰਾਈਵੇਟ ਜਿਹੜੇ ਬਿਲਡਰਸ ਨੇ ਉਹ ਕੰਮ ਨਹੀਂ ਕਰ ਪਾਉਣਗੇ। ਘਰਾਂ ਦੇ ਵਿੱਚ ਛੋਟਾ ਮੋਟਾ ਕੰਮ ਕਰਾਉਣਾ ਉਹ ਵੀ ਔਖਾ ਹੋ ਜਾਏਗਾ, ਲੇਬਰ ਵਿਹਲੀ ਹੋ ਜਾਏਗੀ, ਔਰ ਉਹ ਬਹੁਤ ਵੱਡਾ ਜਿਹੜਾ ਨੁਕਸਾਨ ਸਾਡੀ ਅਰਥ ਵਿਵਸਥਾ 'ਤੇ ਵੀ ਪੈਂਦਾ ਹੈ। ਔਰ ਫਿਰ ਵੀ ਜੇ ਦੂਸਰੇ ਪਾਸੋਂ ਵੀ ਦੇਖਿਆ ਜਾਵੇ ਤਾਂ ਐਸਾ ਤਾਂ ਹੈ ਨਹੀਂ ਕਿ ਵੀ ਰੇਤਾ ਬਜਰੀ ਆ ਨਹੀਂ ਰਹੀ, ਉਹ 2 ਨੰਬਰ 'ਚ ਆ ਰਹੀ। ਜਿਹੜੀ 10 ਰੁਪਏ ਦੀ ਚੀਜ਼ ਸੀ ਉਹ 100 ਰੁਪਏ 'ਚ ਮਿਲਣ ਲੱਗ ਪਈ, ਪਰ ਉਹ ਤਾਂ ਮਿਲ ਤਾਂ ਰਹੀ, ਉਹਦਾ ਫਾਇਦਾ ਕਿਹਨੂੰ ਆ? ਅਗਰ ਸਰਕਾਰ ਉਹਦੇ 'ਤੇ ਪਾਲਿਸੀ ਬਣਾ ਕੇ ਇਹਨੂੰ ਲਾਗੂ ਕਰੇ ਤਾਂ ਰੈਵਨਿਊ ਕਿਹਨੂੰ ਆਏਗਾ? ਸਰਕਾਰ ਨੂੰ। ਹੁਣ ਇਸ ਵੇਲੇ ਰੈਵਨਿਊ ਕਿਹਨੂੰ ਜਾ ਰਿਹਾ? ਸਰਕਾਰ ਦੇ ਖਾਤੇ 'ਚ ਤਾਂ ਜ਼ੀਰੋ, ਪਰ ਜਿਹੜੀ ਪਬਲਿਕ ਨੂੰ ਜਿਹਦੀ ਲੋੜ ਆ ਉਹਨੇ ਤਾਂ ਮਹਿੰਗੀ ਸਸਤੀ ਲੈਣੀ ਹੈ। ਤਾਂ ਉਹਦੇ ਨਾਲ ਬਹੁਤ ਵੱਡਾ ਜਿਹੜਾ ਘਾਣ ਹੈ ਇਹ ਸਰਕਾਰਾਂ ਦਾ ਆਪਣਾ ਵੀ ਨੁਕਸਾਨ ਹੁੰਦਾ ਹੈ। ਔਰ ਅੱਜ ਇਹ ਕਹੀਏ ਕਿ ਪੰਜਾਬ 'ਚ ਦੇਖਿਆ ਜਾਵੇ ਤਾਂ ਸਰਕਾਰ ਤਾਂ ਕਰਜ਼ੇ 'ਤੇ ਚੱਲ ਰਹੀ ਹੈ, ਜਦ ਕਿ ਸਾਨੂੰ ਤਾਂ ਆਪਣੇ ਪੈਰਾਂ 'ਤੇ ਖੜ੍ਹੇ ਕਰਨ ਵਾਲਾ ਮੌਜੂਦਾ ਸਰਕਾਰ ਦੀਆਂ ਪਾਲਿਸੀਆਂ ਹੋਣੀਆਂ ਚਾਹੀਦੀਆਂ, ਜਿਹਦੇ 'ਤੇ ਸ਼ਾਇਦ ਜਿਹਦੀ ਲੋੜ ਸੀ। ਜੇ ਅਸੀਂ ਬਦਲਾਅ ਦੀ ਗੱਲ ਕਰੀਏ ਤਾਂ ਬਦਲਾਅ ਕਿਤੇ ਦਿਖਿਆ ਨਹੀਂ, ਉਹ ਹੋਰ ਪਿੱਛੇ ਘਟਾਓ ਵੱਲ ਨੂੰ ਚਲਾ ਗਿਆ, ਵਧਾਓ ਵੱਲ ਨੂੰ ਨਹੀਂ ਗਿਆ। ਤਾਂ ਉਹਦਾ ਨੁਕਸਾਨ ਸੂਬੇ 'ਚ ਤਾਂ ਕਰ ਹੋਇਆ ਹੀ ਆ। ਨਵੀਨ ਜੀ, ਮੈਂ ਤੁਹਾਡੇ ਕੋਲੋਂ ਕਿ ਇਸ ਵੇਲੇ ਸੈਂਟਰ ਸਟੇਟ ਰਿਲੇਸ਼ਨਸ ਦਾ ਜਿਹੜਾ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਲਿੰਕ ਵੀ ਜਿਹੜਾ ਹੈਗਾ ਉਹਦੇ ਵਿੱਚ ਵੀ ਕੁਛ ਨਾ ਕੁਛ ਅੰਤਰ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ। ਸੂਬੇ ਦੀ ਤਰੱਕੀ ਵਾਸਤੇ, ਸੂਬੇ ਦੀ ਇੰਡਸਟਰੀ ਦੀ ਗਰੋਥ ਵਾਸਤੇ ਸੈਂਟਰ ਔਰ ਸਟੇਟ ਦੀ ਆਪਸ ਕੋਆਰਡੀਨੇਸ਼ਨ ਕਿੰਨੀ ਕੁ ਮਾਇਨੇ ਰੱਖਦੀ ਹੈ ਤਾਂ ਕਿ ਸੂਬੇ ਦਾ ਵਿਕਾਸ ਹੋ ਸਕੇ, ਇੰਡਸਟਰੀ ਫਲਰਿਸ਼ ਹੋ ਸਕੇ? ਦੇਖੋ, ਕੋਈ ਵੀ ਸੂਬਾ ਸੰਜੀਵ ਜੀ ਬਿਨਾਂ ਸੈਂਟਰ ਦੀ ਏਡ ਦੇ, ਬਿਨਾਂ ਸੈਂਟਰ ਦੀਆਂ ਸਕੀਮਾਂ ਦੇ ਗਰੋ ਨਹੀਂ ਕਰ ਸਕਦਾ। ਸਾਡੀ ਪ੍ਰੋਬਲਮ ਇੱਕੋ ਹੀ ਹੈ ਪੰਜਾਬ ਸਟੇਟ ਦੀ ਕਿ ਸਾਡੀ ਇੰਡਸਟਰੀ ਬਾਹਰ ਜਾ ਰਹੀ ਹੈ, ਸਾਡਾ ਰੈਵਨਿਊ ਜਿਹੜਾ ਆ ਉਹ ਸੈਕਰੀਫਾਈਸ ਹੋ ਰਿਹਾ ਕਿਤੇ ਨਾ ਕਿਤੇ। ਸਾਡੀ ਸਰਕਾਰ ਨੂੰ ਸਭ ਤੋਂ ਪਹਿਲਾਂ ਇਸ ਗੱਲ 'ਤੇ ਫੋਕਸ ਕਰਨਾ ਚਾਹੀਦਾ। ਸਾਡੀ ਜਿਹੜੀ ਇੰਡਸਟਰੀ ਬਾਹਰ ਜਾ ਰਹੀ ਆ ਉਹਨੂੰ ਰੋਕਣ ਦੇ ਹਰ ਇੱਕ ਉਪਾਲੇ ਕਰਨੇ ਚਾਹੀਦੇ ਆ। ਇੰਡਸਟਰੀਆਂ ਨਾਲ ਮੀਟਿੰਗ ਕਰਨੀ ਚਾਹੀਦੀ ਆ, ਉਹਨਾਂ ਦੀਆਂ ਪ੍ਰੋਬਲਮਾਂ ਨੂੰ
ਮੁੱਖ ਰੱਖਦੇ ਹੋਏ ਉਹਨਾਂ ਦੇ ਸਮਾਧਾਨ ਕਰਨੇ ਚਾਹੀਦੇ ਆ, ਤਾਂ ਕਿ ਜਿਹੜਾ ਲੋਕਲ ਸਟੇਟ ਦਾ ਰੈਵਨਿਊ ਆ ਉਹ ਘੱਟੋ ਘੱਟ ਸਟੇਟ 'ਚ ਤਾਂ ਰਵੇ। ਜਿੱਥੇ ਤੱਕ ਸਵਾਲ ਹੈ ਕਿ ਸੈਂਟਰ ਦਾ ਤੇ ਸਟੇਟ ਦਾ ਕੋਆਰਡੀਨੇਸ਼ਨ, ਇਸ ਤੋਂ ਬਿਨਾਂ ਦੇਖੋ ਗੱਡੀ ਨਹੀਂ ਚੱਲ ਸਕਦੀ। ਅੱਛਾ ਨੇਸ਼ਨ, ਅੱਛੀ ਸਟੇਟ ਡਿਵੈਲਪ ਕਰਨ ਲਈ ਕੋਆਰਡੀਨੇਸ਼ਨ ਇਜ਼ ਮਸਟ। ਵੈਸੇ ਵੀ ਫੈਡਰਲ ਸਿਸਟਮ ਹੈ, ਫੈਡਰਲ ਸਿਸਟਮ ਦੇ ਵਿੱਚ ਸਟੇਟ ਔਰ ਸੈਂਟਰ ਦੇ ਵਿੱਚ ਆਪਸੀ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਹੈ, ਪਰ ਇੱਥੇ ਜਿਹੜੀ ਉਹ ਕੋਆਰਡੀਨੇਸ਼ਨ ਦੀ ਵੀ ਬਹੁਤ ਵੱਡੀ ਘਾਟ ਕਿਉਂਕਿ ਮੈਂ ਤੁਹਾਡੇ ਕੋਲ ਬੀਇੰਗ ਐਜ਼ ਏ ਸਿਟੀਜ਼ਨ ਦੇ ਤੌਰ ਤੇ ਅਗਰ ਗੱਲ ਕਰਾਂ, ਬੀਤੇ ਦਿਨੀ ਸ਼ਾਇਦ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਮਹਾਮਹਿਮ ਰਾਸ਼ਟਰਪਤੀ ਰਾਜਪਾਲ ਜਿਹੜੇ ਉਹਨਾਂ ਨੇ ਪ੍ਰੈਸ ਕਾਨਫਰੰਸ ਉਹਨਾਂ ਨੂੰ ਕਰਨੀ ਪਈ, ਔਰ ਕਿਤੇ ਨਾ ਕਿਤੇ ਮੁੱਖ ਮੰਤਰੀ ਔਰ ਗਵਰਨਰ ਦੇ ਜਿਹੜੇ ਰਿਲੇਸ਼ਨ ਆ ਉਹ ਵੀ ਕਿਤੇ ਨਾ ਕਿਤੇ ਪ੍ਰਸ਼ਨ ਚਿੰਨ੍ਹ ਦੇ ਵਿੱਚ ਆ ਗਏ। ਸੋ ਰਿਲੇਸ਼ਨ ਤਾਂ ਤਾਰ-ਤਾਰ ਹੋ ਰਹੇ ਹੈ। ਸੋ ਪੰਜਾਬ ਦਾ ਵਿਕਾਸ ਕਿੱਦਾਂ ਹੋਏਗਾ? ਤੁਸੀਂ ਕਿੱਦਾਂ, ਮਤਲਬ ਤੁਹਾਡਾ ਆਪਣਾ ਨਜ਼ਰੀਆ ਕਿਸ ਤਰ੍ਹਾਂ ਪਰਸਨਲ ਤੌਰ ਤੇ ਅਗਰ ਗੱਲ ਕਰੀਏ ਤਾਂ ਇਹ ਚੀਜ਼ਾਂ ਤਾਂ ਆਪਸੀ ਸਹਿਮਤੀ ਦੇ ਨਾਲ ਚੱਲਣੀਆਂ ਹੁੰਦੀਆਂ। ਔਰ ਜਦੋਂ ਸਿੱਧੇ ਹੈ ਕਿ ਗੱਡੀ ਦੇ ਅਗਰ ਟਾਇਰ ਸਾਹਮਣੇ ਇੱਕ ਲਾਈਨਮੈਂਟ ਦੇ ਨਾਲ ਚੱਲਣ ਤਾਂ ਗੱਡੀ ਦੀ ਸਪੀਡ ਵੀ ਵੱਧ ਹੁੰਦੀ ਹੈ, ਮਾਈਲੇਜ ਵੀ ਜ਼ਿਆਦਾ ਹੁੰਦੀ ਹੈ, ਟਾਇਰਾਂ ਦੀ ਕਸਾਈ ਵੀ ਘੱਟ ਹੁੰਦੀ ਹੈ, ਹਰ ਪੱਖੋਂ ਗੱਡੀ। ਪਰ ਜੇ ਇੱਕ ਟਾਇਰ ਇੱਧਰ ਨੂੰ ਜਾਵੇ, ਇੱਕ ਇੱਧਰ ਨੂੰ ਜਾਵੇ, ਤਾਂ ਗੱਡੀ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ। ਔਰ ਜਿਹਦਾ ਸਾਡਾ ਜਿਹੜਾ ਕੰਮ ਹੁੰਦਾ, ਉਹ ਜਿਹੜਾ ਅੱਧੇ ਘੰਟੇ ਦਾ ਕੰਮ ਹੁੰਦਾ, ਉਹ 2 ਦਿਨਾਂ ਤੱਕ ਵੀ ਪੈ ਜਾਂਦਾ। ਕਈ ਵਾਰੀ ਤਾਂ ਗੱਡੀ ਇੱਦਾਂ ਦੀ ਖੜ੍ਹ ਜਾਂਦੀ ਕਿ ਚੱਲਦੀ ਨਹੀਂ। ਸੋ ਇੱਕ ਜਿਹੜਾ ਸਿਸਟਮ ਹੈ, ਇਸ ਨੂੰ ਇੱਕ ਲਾਈਨਮੈਂਟ ਕਰਕੇ ਚਲਾਉਣ ਦਾ, ਉਹ ਬਹੁਤ ਵੱਡਾ ਜ਼ਰੂਰੀ ਕੰਮ ਹੁੰਦਾ ਕਿ ਫੈਡਰਲ ਸਿਸਟਮ ਨੂੰ ਕਿਤੇ ਤੋੜਨ ਦਾ ਕੰਮ ਹੁੰਦਾ। ਤੇ ਇਹ ਸੁਣ ਕੇ ਵੀ ਮੈਨੂੰ ਅੱਜ ਤੱਕ ਹਾਲੇ ਤੱਕ ਕਿਤੇ ਵੀ ਐਸਾ ਨਹੀਂ ਦਿਖਾਈ ਦਿੱਤਾ ਕਿ ਵੀ ਕਿਸੇ ਇੱਕ ਸੂਬਾ ਫੈਡਰਲ ਸਿਸਟਮ ਨੂੰ ਤੋੜਨ ਦੇ ਲਈ ਕਿਤੇ ਕੰਮ ਕਰ ਰਿਹਾ। ਬਹੁਤ ਸਾਰੀ ਜਗ੍ਹਾ ਤੇ ਸਰਕਾਰਾਂ ਦੂਸਰੀਆਂ ਵੀ ਰਹੀਆਂ, ਮੰਨ ਲਓ ਸੈਂਟਰ 'ਚ ਹੋਰ, ਦੂਸਰੀ ਜਗ੍ਹਾ ਮੰਨ ਲਓ ਸੂਬਿਆਂ 'ਚ ਹੋਰ, ਪਰ ਇਹ ਕਿਤੇ ਕਮੀ ਸਾਨੂੰ ਪੰਜਾਬ 'ਚ ਵੀ ਨਜ਼ਰ ਆ ਰਹੀ ਆ ਕਿ ਜਿਹੜਾ ਆ ਕਿ ਸਰਕਾਰਾਂ ਵੱਲੋਂ ਹੀ ਫੈਡਰਲ ਸਿਸਟਮ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ। ਉਹ ਜਦੋਂ ਉਹ ਫੈਡਰਲ ਸਿਸਟਮ ਨੂੰ ਤੋੜਨ ਦੀ ਗੱਲ ਕੀਤੀ, ਉਹਦਾ ਨੁਕਸਾਨ ਜਿਹੜਾ ਸਭ ਤੋਂ ਜ਼ਿਆਦਾ ਸੂਬੇ ਦੀ ਅਰਥ ਵਿਵਸਥਾ ਨੂੰ ਵੀ ਹੋਇਆ, ਪਰ ਵਿਅਕਤੀ ਆਮ ਆਦਮੀਆਂ ਨੂੰ ਵੀ ਬਹੁਤ ਵੱਡਾ ਨੁਕਸਾਨ ਹੋਇਆ। ਔਰ ਇਹਦੇ ਲਈ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ, ਉਹਨਾਂ ਨੂੰ ਆਪਸ ਵਿੱਚ ਤਾਲਮੇਲ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ। ਕਿਸੇ ਨਾ ਕਿਸੇ ਚੀਜ਼ ਦੇ ਉੱਤੇ ਸਹਿਮਤੀ ਹੋਣਾ, ਕਿਸੇ ਇੱਕ ਦੇ ਉੱਤੇ ਵਿਚਾਰ ਆਪਸ ਵਿੱਚ ਸਹਿਮਤ ਹੋਣਾ ਜ਼ਰੂਰੀ ਨਹੀਂ। ਘਰ 'ਚ ਅਸੀਂ ਰਹਿੰਦੇ ਹਾਂ, ਪਤੀ ਪਤਨੀ ਦੇ ਵਿੱਚ ਵੀ ਕਈ ਵਿਚਾਰਾਂ ਦੇ ਉੱਤੇ ਸਮਝ ਨਹੀਂ ਹੁੰਦੀ, ਔਰ ਬਾਪ ਬੇਟੇ ਦੇ ਵਿੱਚ ਨਹੀਂ ਆਉਂਦੀ, ਬੇਟੀ ਦੇ ਨਾਲ ਨਹੀਂ ਹੁੰਦੀ। ਪਰ ਉਹਦਾ ਮਤਲਬ ਇਹ ਨਹੀਂ ਕਿ ਪਰਿਵਾਰ ਖੰਡਿਤ ਹੋ ਰਿਹਾ। ਪਰ ਜਦੋਂ ਹਰ ਜਗ੍ਹਾ ਉਹ ਲੜਾਈ ਜਿਹੜੀ ਹੈ ਸੜਕ 'ਤੇ ਪਹੁੰਚ ਜਾਏਗੀ, ਫਿਰ ਸਾਰੇ ਕਹਿਣਗੇ ਕਿ ਪਰਿਵਾਰ ਖੰਡਿਤ ਹੋ ਰਿਹਾ, ਟੁੱਟ ਰਿਹਾ। ਔਰ ਜਿੰਨਾ ਚਿਰ ਅੰਦਰ ਬੈਠ ਕੇ ਹੁੰਦੀ, ਉਹਨਾਂ ਚਿਰ ਕੋਈ ਨਹੀਂ। ਔਰ ਸਾਡੀਆਂ ਜਿਹੜੀਆਂ ਮਜਬੂਰੀ ਹੈ ਕਿ ਜਿਹੜੀ ਕਿ ਦੇਖਣ 'ਚ ਮਿਲੀ ਹੈ ਕਿ ਵੀ ਸਾਡਾ ਪਰਿਵਾਰ ਜਿਹੜਾ ਆ ਉਹ ਇੱਕ ਦਿਖਣਾ ਚਾਹੀਦਾ ਸੀ, ਜਿਹੜਾ ਉਹ ਦਿਖਾਈ ਨਹੀਂ ਦਿੱਤਾ। ਹੁਣ ਇਹ ਮੌਜੂਦਾ ਜਿਹੜੇ ਅਸੀਂ ਐਡੇ ਵੱਡੇ ਚੁਣ ਕੇ ਭੇਜਦੇ ਹਾਂ, ਉਹਨਾਂ ਦੀ ਕਾਬਲੀਅਤ ਨੂੰ ਵੀ ਜਿਹੜੀ ਆ ਉਹਦੇ 'ਤੇ ਵੀ ਕਿਤੇ ਨਾ ਕਿਤੇ ਜਿਹੜੀ ਕੁਐਸਚਨ ਮਾਰਕ ਜਿਹੜਾ ਇਹ ਜ਼ਰੂਰ ਲੱਗਦਾ। ਮੈਂ ਨਵੀਨ ਜੀ, ਕਿ ਪੰਜਾਬ ਦੇ ਉਦਯੋਗ ਦੀਆਂ ਕੀ ਨੀਡਸ ਹੈਗੀਆਂ? ਨੇਬਰਿੰਗ ਸਟੇਟਸ ਦਾ ਵੀ ਇਸ਼ੂ ਹੈ ਕਿ ਉੱਥੇ ਬਹੁਤ ਸਾਰੇ ਇਨਸੈਂਟਿਵ ਜਿਹੜੇ ਆ ਉਹ ਕਈ ਵਾਰੀ ਮਿਲਦੇ ਤਾਂ ਇੰਡਸਟਰੀ ਉੱਧਰ ਨੂੰ ਵੀ ਮੂਵ ਕਰਦੀ ਹੈ। ਇੰਡਸਟਰੀ ਫਲਰਿਸ਼ ਕਰੇ, ਪੰਜਾਬ ਗਰੋ ਕਰੇ, ਔਰ ਫਰੀਬੀਜ਼ ਜਾਂ ਸਕੀਮਾਂ ਜਿਹੜੀਆਂ ਉਹ ਇੰਡਸਟਰੀ ਨੂੰ ਵੀ ਕਿਸੇ ਨਾ ਹੱਦ ਤੱਕ ਪ੍ਰਭਾਵਿਤ ਕਰਦੀਆਂ ਨੇ। ਕਿਸ ਤਰੀਕੇ ਨਾਲ ਓਵਰਆਲ ਜਿਹੜਾ ਕੀ ਜ਼ਰੂਰਤਾਂ, ਪੈਰਾਮੀਟਰਸ ਹੋ ਸਕਦੇ ਇੰਡਸਟਰੀ ਨੂੰ ਪ੍ਰਮੋਟ ਕਰਨ? ਸੰਜੀਵ ਜੀ, ਕੋਈ ਵੀ ਇੰਡਸਟਰੀ ਹੈ ਬਿਨਾਂ ਸਰਕਾਰੀ ਸਪੋਰਟ ਤੋਂ, ਸਹੂਲਤਾਂ ਤੋਂ ਕੋਈ ਇੰਡਸਟਰੀ ਗਰੋ ਨਹੀਂ ਕਰਦੀ। ਇੰਡਸਟਰੀ ਨੂੰ ਗਰੋ ਕਰਾਉਣ ਵਾਸਤੇ ਸਰਕਾਰਾਂ ਦਾ ਸਹਿਯੋਗ ਹਮੇਸ਼ਾ ਚਾਹੀਦਾ ਹੈ, ਤਾਂ ਹਮੇਸ਼ਾ ਚਾਹੀਦਾ ਰਹਿਣਾ ਹੈ। ਨੇਬਰਿੰਗ ਸਟੇਟ ਦੀ ਜੇ ਗੱਲ ਕਰੀਏ, ਜਿਹੜੇ ਹੁਣ NCR ਰੀਜਨ ਦੇ ਵਿੱਚ ਹੈਗੇ ਆ ਇੰਡਸਟਰੀਆਂ, ਉਹਨਾਂ ਦੇ ਗਰੋ ਕਰਨ ਦਾ ਸਭ ਤੋਂ ਵੱਡਾ ਰੀਜ਼ਨ ਇਹੀ ਆ ਕਿ ਉਹਨਾਂ ਦੀ ਕਨੈਕਟੀਵਿਟੀ ਬਹੁਤ ਫਾਸਟ ਆ। NCR ਰੀਜਨ ਦੇ ਨੇੜੇ ਹੈਗੇ ਆ, ਟਰਾਂਸਪੋਰਟੇਸ਼ਨ ਸਿਸਟਮ ਬਹੁਤ ਅੱਛਾ ਹੈ। ਜਿੱਦਾਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਕਿਹਾ ਸੀ ਵੀ ਪੰਜਾਬ ਇੱਕ ਲੈਂਡਲੌਕ ਸਟੇਟ ਹੋਣ ਦਾ ਜਿਹੜਾ ਅਸੀਂ ਖਮਿਆਜਾ ਆ ਉਹ ਸदैव ਭੁਗਤਦੇ ਰਹਿੰਦੇ ਹਾਂ। ਉਹਦੇ ਲਈ ਸਾਨੂੰ ਜੇ ਇੰਡਸਟਰੀ ਨੂੰ ਗਰੋ ਕਰਨਾ ਹੈ, ਤੇ ਸਾਡੀ ਇੰਡਸਟਰੀ ਨੂੰ ਗਰੋ ਕਰਨ ਦਾ ਇੱਕੋ ਹੀ ਜ਼ਰੀਆ ਹੈ ਕਿ ਸਾਡੇ ਲੋਕਾਂ ਦੀ ਕਨੈਕਟੀਵਿਟੀ ਜਿਹੜੀ ਆ ਉਹ ਫਾਸਟ ਕੀਤੀ ਜਾਵੇ। ਸਾਡੇ ਜਿਹੜੇ ਇਨਸੈਂਟਿਵ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ,
ਇਨਸੈਂਟਿਵ ਜਿਹੜੇ ਹੈਗੇ ਆ ਦੂਸਰੇ ਸੂਬੇ ਦੇ ਸਕਦੇ ਤਾਂ ਅਸੀਂ ਕਿਉਂ ਨਹੀਂ? ਸਾਡੇ ਇਨਸੈਂਟਿਵ ਇਸ਼ੂ ਕੀਤੇ ਜਾਣ ਤਾਂ ਕਿ ਸਾਨੂੰ ਇੱਕ ਪ੍ਰੋਤਸਾਹਨ ਮਿਲੇ। ਆਮ ਤੌਰ ਤੇ ਇੱਕ ਇਹ ਵੀ ਮੈਂ ਤੁਹਾਡੇ ਕੋਲੋਂ ਥੋੜਾ ਜਿਹਾ ਕਿ ਨਵੀਂ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ ਸਰਕਾਰ ਬਹੁਤ ਸਾਰੇ ਸਮਿਟ ਕਰਦੀ ਹੈ, ਲੇਕਿਨ ਐਗਜ਼ਿਸਟਿੰਗ ਇੰਡਸਟਰੀ ਜਿਹੜੀ ਹੈ ਉਹਨਾਂ ਨੂੰ ਇਦਾਂ ਲੱਗਦਾ ਕਿ ਸਾਨੂੰ ਦਰਕਨਾਰ ਕੀਤਾ ਜਾ ਰਿਹਾ। ਸੋ ਇਦਾਂ ਦਾ ਵੀ ਕੁਝ ਤੁਹਾਡੇ ਲੱਗਦਾ ਕਿ ਕਿਤੇ ਨਾ ਕਿਤੇ ਤਾਲਮੇਲ ਸਰਕਾਰ ਨਾਲ ਕਿੱਦਾਂ ਦਾ ਮਹਿਸੂਸ ਕਰਦੇ ਹੋ ਤੁਸੀਂ? ਦੇਖੋ, ਜੋ ਸਾਂਪਲਾ ਜੀ ਨੇ ਕਿਹਾ, ਪੁਰਾਣੀ ਇੰਡਸਟਰੀ ਜਿਹੜੀ ਪੁਰਾਣੇ ਸਾਲਾਂ ਤੋਂ ਲੱਗੀ ਆ ਉਹਦੇ ਸੈਂਟੀਮੈਂਟ ਕਿਤੇ ਨਾ ਕਿਤੇ ਪੰਜਾਬ ਨਾਲ ਜੁੜੇ ਆ, ਉਹ ਪੰਜਾਬ ਤੋਂ ਛੱਡਣਾ ਨਹੀਂ ਚਾਹੁੰਦਾ। ਨਵੀਂ ਇੰਡਸਟਰੀ ਲਿਆਉਣਾ ਜਾਂ ਇਸ ਕਰਕੇ ਮੁਸ਼ਕਲ ਹੋ ਰਿਹਾ ਕਿ ਸਾਡੇ ਲੋਕਾਂ ਦੀ ਲਾਗਤ ਜਿਹੜੀ ਹੈ ਇੱਥੇ ਪੰਜਾਬ 'ਚ ਬਹੁਤ ਵੱਧ ਜਾਂਦੀ ਆ। ਅਸੀਂ ਲੋਕਾਂ ਨੇ ਮਾਲ ਬਾਹਰੋਂ ਖਰੀਦ ਕੇ ਲਿਆਉਣਾ, ਪ੍ਰੋਸੈਸ ਕਰਕੇ ਬਣਾ ਕੇ ਫਿਰ ਬਾਹਰ ਵੇਚਣਾ, ਜਿਹਦੇ ਕਰਕੇ ਕਿ ਅਸੀਂ ਹੋਰ ਦੁਨੀਆ ਦੇ ਦੇਸ਼ਾਂ ਨਾਲ ਜਾਂ ਆਪਣੇ ਲੋਕਲ ਮਾਰਕੀਟ ਦੇ ਨਾਲ ਅਸੀਂ ਲੋਕ ਕੰਪੀਟੀਸ਼ਨ ਨਹੀਂ ਕਰ ਪਾਉਂਦੇ, ਜਿਸ ਕਰਕੇ ਕਿ ਸਾਡੀ ਉਤਪਾਦਨ ਲਾਗਤ ਜਦੋਂ ਵੱਧ ਜਾਂਦੀ ਆ ਤੇ ਸਾਡੇ ਵੱਲ ਲੋਕਾਂ ਦਾ ਰੁਝਾਨ ਘਟ ਜਾਂਦਾ ਹੈ। ਉਹਦੇ ਵਿੱਚ ਇਹੀ ਹੈ ਵੀ ਜਿਹੜੀਆਂ ਕੋਈ ਸਮਾਲ ਸਕੇਲ ਦੀਆਂ ਸਕੀਮਾਂ ਹੈਗੀਆਂ, MSME ਦੀਆਂ ਸਕੀਮਾਂ ਹੈਗੀਆਂ ਵਾ, ਜਿਹੜੇ ਕੋਈ ਗਵਰਨਮੈਂਟ ਦੇ ਇਨਸੈਂਟਿਵ ਸਕੀਮਸ ਆ, ਸਰਕਾਰ ਨੂੰ ਮੇਕ ਸ਼ੋਰ ਕਰਨਾ ਚਾਹੀਦਾ ਕਿ ਉਹ ਪ੍ਰੋਪਰ ਤਰੀਕੇ ਨਾਲ ਲਾਗੂ ਹੋਈਆਂ ਕਿ ਨਹੀਂ ਹੋਈਆਂ, ਉਹ ਇੰਡਸਟਰੀ ਤੱਕ ਪਹੁੰਚੀਆਂ ਕਿ ਨਹੀਂ ਪਹੁੰਚੀਆਂ। ਜਿੱਥੇ ਤੱਕ ਇਹ ਵੀ ਨਾਲ ਜੋੜਿਆ ਜਾ ਸਕਦਾ, ਕਲਸਟਰ ਜਿਹੜੀ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ। ਸਰਕਾਰ ਹਰ ਜਗ੍ਹਾ ਤੇ ਆਪਣੇ ਉਦਯੋਗਪਤੀਆਂ ਦਾ ਸਮਾਨ ਇੱਕ ਮੰਡੀ ਦੇ ਵਿੱਚ ਜਾ ਕੇ ਮਾਰਕੀਟ ਦੇ ਵਿੱਚ ਬਾਕੀਆਂ ਦੀ ਕੰਪੀਟੀਸ਼ਨ ਦੇ ਵਿੱਚ ਪਹੁੰਚੇ, ਉਹਦੇ ਲਈ ਸਰਕਾਰ ਬਹੁਤ ਕੁਛ ਕਰਦੀ ਹੈ। ਉਹਦੀ ਮਾਰਕੀਟਿੰਗ ਲਈ ਸਰਵਿਸ ਕਰਦੀ ਹੈ, ਬਾਕੀ ਉਹਦੇ ਐਗਜ਼ੀਬਿਸ਼ਨ ਸੈਂਟਰ ਬਣਾਉਂਦੀ ਆ। ਰੇਲਵੇ ਕਲਸਟਰ ਵੀ ਕੋਈ ਅਨਾਉਂਸ ਹੋਇਆ ਸੀਗਾ। ਉਹ ਰੇਲਵੇ ਕਲਸਟਰ ਆਪਣੇ ਮਾਨਨੀय ਮੁੱਖ ਮੰਤਰੀ ਜੀ ਨੇ ਅਨਾਉਂਸ ਕੀਤਾ ਸੀ ਕਿ ਆਪਾਂ ਟ੍ਰੇਨ ਚਲਾਵਾਂਗੇ। ਉਹ ਤੁਰੰਤ ਉਹਦਾ ਪੰਜਾਬ ਔਨ ਵੀਲਸ ਦੀ ਅਨਾਉਂਸਮੈਂਟ ਕੀਤੀ ਸੀ, ਪੰਜਾਬ ਔਨ ਵੀਲਸ ਦੀ। ਉਹਨੂੰ ਤੁਰੰਤ ਇੰਪਲੀਮੈਂਟੇਸ਼ਨ ਕਰਨ ਤਾਂ ਕਿ ਜਿਹੜੀ ਸਾਡੀ ਲਾਗਤ ਕਸ਼ਮਤਾ ਆ ਉਹਨੂੰ ਅਸੀਂ ਕੰਟਰੋਲ ਕਰ ਸਕੀਏ, ਤਾਂ ਅਸੀਂ ਵੀ ਹੋਰ ਲੋਕਾਂ ਨਾਲ ਕੰਪੀਟ ਕਰ ਸਕੀਏ। ਤਾਂ ਅਸੀਂ ਤੜਫਦੇ ਆ ਵੀ ਅਸੀਂ ਵੀ ਆਪਣੇ ਰੈਵਨਿਊ ਦਾ। ਸਮਾਂ ਬੜੀ ਤੇਜ਼ੀ ਦੇ ਨਾਲ ਜਾ ਰਿਹਾ। ਮੈਂ ਸਰ ਵਾਈਂਡ ਅਪ 'ਚ ਚਾਹੂੰਗਾ ਕਿ ਸਮਾਜ 'ਚ ਅਸੀਂ ਬਿਹਤਰ ਤਾਲਮੇਲ ਕਿਸ ਤਰੀਕੇ ਨਾਲ ਸਮਨਵੈ ਕਿੱਦਾਂ ਹੋ ਸਕਦਾ ਔਰ ਗਰੋਥ ਜਿਹੜੀ ਆ ਉਹ ਸਾਡੀ ਤੇਜ਼ੀ ਦੇ ਨਾਲ ਹੋਵੇ। ਅਸੀਂ ਆਪਣਾ ਪੋਟੈਂਸ਼ੀਅਲ ਸ਼ਾਇਦ ਪ੍ਰੋਪਰਲੀ ਇਸਤੇਮਾਲ ਇਸ ਵੇਲੇ ਨਹੀਂ ਕਰ ਪਾ ਰਿਹਾ ਪੰਜਾਬ। ਕਿਤੇ ਨਾ ਕਿਤੇ ਬਹੁਤ ਸਾਰੀਆਂ ਹਰਡਲਸ ਜਿਹੜੀਆਂ ਉਹ ਸਾਹਮਣੇ ਆ ਰਹੀਆਂ। ਸੋ ਤੁਹਾਡਾ ਕੀ ਮੈਸੇਜ ਹੈ, ਕਿਸ ਤਰੀਕੇ ਦੇ ਨਾਲ ਇਹ ਸਾਰੀ ਚੀਜ਼ ਨੂੰ ਦੇਖਦੇ? ਦੇਖੋ, ਜਿੱਥੇ ਤੱਕ ਤਾਂ ਮੈਂ ਯੂਥ ਦੀ ਗੱਲ ਕਰਾਂ ਕਿ ਯੂਥ ਦਾ ਮੈਂ ਪਹਿਲਾਂ ਵੀ ਕਿਹਾ ਕਿ ਜਿੰਨਾ ਚਿਰ ਮੌਜੂਦਾ ਸਰਕਾਰਾਂ ਉਹਨਾਂ ਦਾ ਵਿਸ਼ਵਾਸ ਨਹੀਂ ਜਿੱਤਦੀਆਂ, ਉਹਨਾਂ ਚਿਰ ਸ਼ਾਇਦ ਇਹਦੇ 'ਤੇ ਪੂਰਤੀ ਪਾਉਣਾ ਔਖਾ ਹੋਏਗਾ। ਪਰ ਨਾਲ ਨਾਲ ਮੈਂ ਇਹ ਵੀ ਕਹਾਂਗਾ ਕਿ ਜ਼ਰੂਰੀ ਨਹੀਂ ਹੈ ਕਿ ਸਾਡਾ ਦੇਸ਼ ਸਰਕਾਰਾਂ ਦੇ ਨਾਲ ਹੀ ਚੱਲਿਆ। ਸਾਡੀ ਆਪਣੀ ਹਿੰਮਤ ਦੇ ਨਾਲ, ਆਪਣੀ ਲਗਨ ਦੇ ਨਾਲ ਅਸੀਂ ਬਹੁਤ ਸਾਰੀਆਂ ਮੱਲਾਂਗੇ। ਸਾਡੇ ਪੰਜਾਬ 'ਚ ਜਿੰਨੀ ਇੰਡਸਟਰੀ ਆ ਉਹਦਾ ਰਾ ਮਟੀਰੀਅਲ ਸਾਡੇ ਕੋਲ ਕੁਛ ਵੀ ਨਹੀਂ, ਪਰ ਅਸੀਂ ਪੂਰੇ ਦੇਸ਼ 'ਚ ਹੀ ਨਹੀਂ, ਪੂਰੇ ਵਿਦੇਸ਼ਾਂ 'ਚ ਵੀ ਅਸੀਂ ਕੰਪੀਟ ਕਰਦੇ ਹਾਂ ਕਿਉਂਕਿ ਸਾਡੀ ਲਗਨ ਔਰ ਹਿੰਮਤ ਨੂੰ ਦੇਖਦੇ ਹੋਏ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਪੂਰਾ ਕਰਦੇ ਵੀ ਹਾਂ। ਭਾਵੇਂ ਉੱਥੇ ਉਹਨਾਂ ਨੂੰ ਬੜਾਵਾ ਦੇਣ ਲਈ ਸਰਕਾਰਾਂ ਦੀ ਜ਼ਰੂਰਤ ਹੁੰਦੀ ਹੈ, ਪਰ ਅਸੀਂ ਵੀ ਇਹ ਚਾਹਾਂਗੇ ਕਿ ਆਪਾਂ ਇੱਥੋਂ ਸੂਬੇ 'ਚੋਂ ਪਲਾਨ ਕਰਕੇ ਵਿਦੇਸ਼ਾਂ 'ਚ ਚਲ ਜਾਈਏ ਜਾਂ ਆਪਣੀ ਇੰਡਸਟਰੀ ਦੂਸਰਿਆਂ 'ਚ ਕਰ ਜਾਈਏ, ਅਤੇ ਉਹਦੇ ਨਾਲੋਂ ਅਸੀਂ ਫਿਰ ਵੀ ਥੋੜ੍ਹਾ ਬਹੁਤਾ ਹਿੰਮਤ ਕਰਕੇ ਇੱਕ ਵਾਰੀ ਹੌਸਲਾ ਕਰਕੇ ਦੇਖੀਏ ਕਿ ਵੀ ਅਸੀਂ ਇਸ ਕਰਕੇ ਨਹੀਂ ਕੰਮ ਕਰ ਰਹੇ ਕਿ ਸਾਨੂੰ ਪ੍ਰੋਫਿਟ ਜ਼ਿਆਦਾ ਹੋਏਗਾ। ਅਸੀਂ ਇਹ ਵੀ ਨਾਲ ਕਿਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਅਸੀਂ ਸੂਬੇ ਦੇ ਲਈ ਵੀ ਕਰਨਾ, ਆਪਣੇ ਪਰਿਵਾਰ ਦੇ ਲਈ ਵੀ ਕਰਨਾ ਔਰ ਆਪਣੇ ਚੌਗਿਰਦੇ ਲਈ, ਮੰਨ ਲਓ ਆਲੇ ਦੁਆਲੇ ਜਿਹੜਾ ਸਾਡਾ ਸਮਾਜ ਆ ਉਹਦੇ ਲਈ ਵੀ ਅਸੀਂ ਜੋ ਕੰਮ ਕਰਨਾ। ਇਹ ਸਾਡੇ ਸੂਬੇ ਦੇ ਸਾਰੇ ਨਾਗਰਿਕਾਂ ਦੇ ਵਿੱਚ ਇੱਕ ਭਾਵਨਾਤਮਕ ਇਹ ਜੁੜਾਵ ਜ਼ਰੂਰੀ ਹੋਣਾ ਚਾਹੀਦਾ। ਸੋ ਇਹ ਸਨ ਵਿਜੇ ਸਾਂਪਲਾ ਜੀ, ਚੇਅਰਮੈਨ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਗਵਰਨਮੈਂਟ ਆਫ ਇੰਡੀਆ, ਔਰ ਨਾਲ ਨਵੀਨ ਅਗਰਵਾਲ ਜੀ, ਜਿਨ੍ਹਾਂ ਨੇ ਬਹੁਤ ਹੀ ਇੰਪੋਰਟੈਂਟ ਇਸ਼ੂਜ਼ ਜਿਹੜੇ ਪੰਜਾਬ ਦਾ ਅਸੀਂ ਕਿਸ ਤਰੀਕੇ ਨਾਲ ਵਿਕਾਸ ਕਰ ਸਕਦੇ, ਇੰਡਸਟਰੀ ਕਿੱਦਾਂ ਗਰੋ ਕਰ ਸਕਦੀ ਹੈ, ਸਮਾਜ 'ਚ ਸਮਨਵੈ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਬਹਾਲ ਹੋ ਸਕਦਾ। ਸੋ ਇਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ। ਆਸ ਕਰਦੇ ਹਾਂ ਕਿ ਦਰਸ਼ਕ ਜਿਹੜੇ ਆ ਇਸ ਚਰਚਾ ਨੂੰ ਪਸੰਦ ਕਰਨਗੇ ਔਰ ਸਾਨੂੰ ਆਪਣੇ ਸੁਝਾਅ ਜਿਹੜੇ ਆ ਉਹ ਭੇਜਦੇ ਰਹਿਣਗੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ।